BBC ਪੰਜਾਬ ਟੀਵੀ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਸਮੇਂ-ਸਮੇਂ BBC ਪੰਜਾਬ ਟੀਵੀ ਕੁਝ ਐਸੇ ਨਿਆਬ ਹੀਰਿਆਂ ਦੀ ਖੋਜ ਕਰਕੇ ਆਉਂਦਾ ਹੈ ਜਿਹੜੇ ਦਰਸ਼ਕਾਂ ਦੇ ਰੂਬਰੂ ਹੁੰਦੇ ਨੇ, ਉਹਨਾਂ ਦੇ ਜੀਵਨ ਤੋਂ ਦੂਸਰੇ ਨੂੰ ਚਾਨਣ ਮੁਨਾਰੇ ਦਾ ਜਿਹੜਾ ਕੰਮ ਮਿਲਦਾ ਹੈ। ਐਸੀ ਇੱਕ ਸ਼ਖਸੀਅਤ ਹੈ ਜਿਹਨੂੰ ਪੇਸ਼ ਕਰਨ ਜਾ ਰਹੇ ਹਾਂ, ਸਰਦਾਰ ਜਰਨੈਲ ਸਿੰਘ ਜੀ ਸਖੀਰਾ, ਜਿਹੜੇ ਕਿ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਵੀ ਜਿਹੜੇ ਰਹਿ ਚੁੱਕੇ ਨੇ ਔਰ ਬਹੁਤ ਸਾਰੇ ਅਵਾਰਡ ਵੀ ਇਹਨਾਂ ਨੇ ਆਪਣੀ ਜ਼ਿੰਦਗੀ 'ਚ ਹਾਸਲ ਕੀਤੇ ਨੇ। ਲੇਕਿਨ ਇਹਨਾਂ ਨੇ ਉਹਦੇ ਨਾਲ ਨਾਲ ਕੌਮ ਦੀ ਖਾਤਰ, ਧਰਮ ਦੀ ਖਾਤਰ ਤਸ਼ੱਦਦ ਵੀ ਸਹੇ ਤੇ ਕਈ ਜਗ੍ਹਾ ਤੇ ਇਹਨਾਂ ਨੇ ਸਰਕਾਰੀ ਵੀ ਦੂਸਰੀਆਂ ਵੀ ਜੌਬਸ ਵੀ ਕੀਤੀਆਂ ਔਰ ਉੱਥੇ ਨਾਮਣਾ ਜਿਹੜਾ ਐਜ ਏ ਪਲੇਅਰ ਹੋਣ ਦੇ ਨਾਤੇ, ਐਜ ਏ ਗੁਰਸਿੱਖ ਹੋਣ ਦੇ ਨਾਤੇ ਹਰ ਜਗ੍ਹਾ ਇਹਨਾਂ ਨੇ ਨਾਮਣਾ ਕੱਟਿਆ। ਤੋ ਮੇਰੀ ਮੁਰਾਦ ਆ ਸਰਦਾਰ ਜਰਨੈਲ ਸਿੰਘ ਜੀ ਸਖੀਰਾ ਕੋਲੋਂ। ਸਖੀਰਾ ਸਾਹਿਬ, BBC ਪੰਜਾਬ ਟੀਵੀ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ BBC ਪੰਜਾਬ ਚੈਨਲ ਦੇ ਮੈਂ ਬਹੁਤ ਬਹੁਤ ਵਧਾਈ ਦਿੰਦਾ, ਜਿਨ੍ਹਾਂ ਨੇ ਸਾਨੂੰ ਇਹ ਸਮਾਂ ਬਖਸ਼ਿਆ ਤੇ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ 1978 ਤੋਂ ਲੈ ਕੇ ਸੰਤ ਜਰਨੈਲ ਸਿੰਘ ਨੇ ਜਿਹੜਾ ਧਰਮ ਯੁੱਧ ਮੋਰਚਾ ਲਾਇਆ, ਜਦੋਂ 1978 ਦੇ ਵਿੱਚ ਨਿਰੰਕਾਰੀ ਕਾਂਡ ਹੋਇਆ ਤੇ ਮੈਂ ਭਾਈ ਸੁਖਦੇਵ ਸਿੰਘ ਸਖੀਰਾ, ਜੋ ਲਾਲੂ ਘੁੰਮਣ ਵਿਖੇ ਨਿਰੰਕਾਰੀ ਸਤਸੰਗ ਕਰਿਆ ਕਰਦੇ ਸੀ, ਅਸੀਂ ਦੋਵੇਂ ਜਾਣੇ ਸਾਈਕਲ ਤੇ ਚੜ੍ਹ ਕੇ ਉੱਥੇ ਉਹਨਾਂ ਦੇ ਸਤਸੰਗ ਦੇ ਵਿੱਚ ਜਾਇਆ ਕਰਦੇ ਕਿ ਜਦੋਂ ਵੀ ਇਹ ਕਿਤੇ ਸਾਡੇ ਧਰਮ ਦੇ ਵਿਰੋਧ ਦੇ ਵਿੱਚ ਗੱਲ ਕਰਨ, ਅਸੀਂ ਫਿਰ ਬੋਲਣਾ, ਉਸ ਤਰ੍ਹਾਂ ਨਹੀਂ ਬੋਲਣਾ। ਅਸੀਂ ਉੱਥੋਂ 1978 ਤੋਂ ਲੈ ਕੇ ਸੰਘਰਸ਼ ਸ਼ੁਰੂ ਕਰ ਦਿੱਤਾ। ਫਿਰ ਮੈਂ ਆਪਣੀ ਖੇਤੀਬਾੜੀ ਵੀ ਨਾਲ ਕਰਿਆ ਕਰਦਾ, ਨਾਲ ਮੈਂ ਪੜ੍ਹਿਆ ਕਰਦਾ। ਫਿਰ ਭਾਈ ਸੁਖਦੇਵ ਸਿੰਘ ਸਖੀਰਾ 1984 ਦੇ ਵਿੱਚ ਜਦੋਂ ਬਲੂ ਸਟਾਰ ਹੋਇਆ, ਉਦੋਂ ਉਹ ਅੰਦਰ ਸੀ, ਉਹ ਬਾਹਰ ਆਉਣ ਤੇ ਉਸਨੇ ਆਪਣੀ ਧਰਮ ਯੁੱਧ ਸ਼ੁਰੂ ਕਰ ਦਿੱਤਾ। ਫਿਰ ਮੈਂ ਆਪਣੇ ਪਿੰਡ ਰਿਹਾ ਕਰਦਾ ਸੀ, ਪਰ ਜਦੋਂ ਮੈਂ ਪਿੰਡ ਤੋਂ ਆਪਣੀ ਸਪੋਰਟਸ ਵੀ ਕਰਿਆ ਕਰਦਾ ਸੀ ਨਾਲ, ਤੇ ਮੈਨੂੰ ਫਿਰ ਭਾਈ ਸੁਖਦੇਵ ਸਿੰਘ ਸਖੀਰੇ ਨੇ ਲਿਆਣ ਕੇ ਖਾਲਸਾ ਕਾਲਜ ਵਿੱਚ ਦਾਖਲਾ ਦਵਾ ਦਿੱਤਾ, ਕਿਉਂਕਿ ਮੈਂ ਇੱਕ ਸਪੋਰਟਸਮੈਨ ਬਹੁਤ ਤਗੜਾ ਸੀ। ਤੇ ਫਿਰ ਮੈਂ ਆਪਣਾ ਜੋ ਵੀ ਸਪੋਰਟਸ ਦੇ ਵਿੱਚ ਕੰਮ ਕਰਦਾ ਰਿਹਾ, ਸਪੋਰਟਸ ਦੇ ਵਿੱਚ ਪੰਜਾਬ ਸਟੇਟ ਨੈਸ਼ਨਲ ਦੇ ਵਿੱਚ ਵੀ ਮੈਂ ਮੈਡਲ ਲਏ, ਪਰ ਮੈਨੂੰ ਪੁਲਿਸ ਦਾ ਸ਼ਿਕਾਰ ਬਹੁਤ ਵਾਰ ਹੋਣਾ ਪਿਆ। ਜਦੋਂ ਵੀ ਮੈਂ ਕਿਤੇ ਆਪਣੇ ਪਿੰਡ ਦਾ ਨਾਂ ਲਿਆ ਕਰਦਾ ਸੀ ਤੇ ਪੁਲਿਸ ਮੈਨੂੰ ਫੜ ਕੇ ਲੈ ਜਾਇਆ ਕਰਦੀ ਸੀ। ਮੈਨੂੰ ਇੰਟੈਰੋਗੇਟ, ਮੈਂ 28 ਵਾਰ ਇੰਟੈਰੋਗੇਟ ਹੋਇਆ, ਜੋ ਕਿ ਕੋਈ ਵੀ ਮੈਂ ਇੰਟੈਰੋਗੇਟ ਸੈਂਟਰ, ਚਾਹੇ BR ਮਾਡਲ ਸਕੂਲ ਹੋਵੇ, ਮਾਲ ਮੰਡੀ ਹੋਵੇ, ਬੀਕੋ ਸੈਂਟਰ ਹੋਵੇ, ਖੰਨੇ ਤੱਕ ਵੀ ਮੈਂ ਜਿਹੜੇ ਆ ਉਹਨਾਂ ਸੈਂਟਰਾਂ ਦੇ ਵਿੱਚ ਆਪਣੀ ਕੌਮ ਦੇ ਵਾਸਤੇ ਲੜਾਈ ਲੜਦਾ ਰਿਹਾ। ਪਰ ਮੈਂ ਅੱਜ ਤੱਕ ਕਦੀ ਸੀ ਨਹੀਂ ਕੀਤੀ, ਭਾਵੇਂ ਮੈਨੂੰ ਪੁਲਿਸ ਨੇ ਜਿਤਨਾ ਮਰਜ਼ੀ ਮਾਰਿਆ, ਤਸ਼ੱਦਦ ਕੀਤਾ, ਕੁੱਟਿਆ, ਮਾਰਿਆ, ਪਰ ਮੈਂ ਆਪਣੇ ਮਾਂ ਸਾਹਿਬ ਦੇ ਨਾਲ ਵੀ ਮੈਂ ਬਹੁਤ ਜ਼ਿਆਦਾ ਸੇਵਾ ਕੀਤੀ। ਫਿਰ ਮੈਂ ਖਾੜਕੂ ਸੰਘਰਸ਼ ਦੇ ਵਿੱਚ ਮੈਨੂੰ 88 ਦੇ ਵਿੱਚ ਜੇਲ੍ਹ ਜਾਣਾ ਪਿਆ, ਉਦੋਂ ਮੈਂ ਰੇਲਵੇ ਦੇ ਵਿੱਚ ਸਰਵਿਸ ਕਰਿਆ ਕਰਦਾ ਸੀ। ਫਿਰ ਮੈਨੂੰ 1.5-2 ਸਾਲ ਉੱਥੇ ਜੇਲ੍ਹ ਦੇ ਵਿੱਚ ਰਹਿਣਾ ਪਿਆ। ਫਿਰ ਉੱਥੋਂ ਮੇਰਾ ਮੇਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਜੇਲ੍ਹ ਦੇ ਵਿੱਚੋਂ ਹੋਇਆ ਕਿ ਜਦੋਂ ਤੂੰ ਬਾਹਰ ਆ ਜਾਏਗਾ ਤੇ ਮੇਰੇ ਨਾਲ ਰਹਿਣਾ। ਫਿਰ ਮੈਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਆਪਣਾ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਤੇ ਪੰਥ ਦੀ ਲੜਾਈ ਲੜਦਿਆਂ ਫਿਰ ਮੈਨੂੰ ਰੇਲਵੇ ਦੇ ਵਿੱਚੋਂ, ਮੈਨੂੰ ਰੇਲਵੇ ਦੇ ਮੁਲਾਜ਼ਮ ਹੋਣ ਕਰਕੇ ਰੇਲਵੇ ਨੇ ਮੈਨੂੰ ਕੱਢ ਦਿੱਤਾ। ਫਿਰ ਮੈਂ ਪੰਜਾਬ ਪੁਲਿਸ ਦੇ ਵਿੱਚ SI ਵੀ ਕੁਛ ਚਿਰਿਆ। ਫਿਰ ਮੈਂ ਫੌਜ ਦੇ ਵਿੱਚ ਵੀ ਸੂਬੇਦਾਰੀ ਦੀ ਵਾਸਤੇ ਵੀ ਮੈਂ ਭਰਤੀ ਹੋਇਆ। ਫਿਰ ਉਸ ਤੋਂ ਬਾਅਦ ਮੈਂ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਜੋ ਕਿ ਜੌਬ ਕਰਦਾ, ਮੈਂ SDO ਦੀ ਬਰਾਬਰ ਤੇ ਮੇਰੀ ਪੋਸਟ SDO ਦੀ। ਮੈਂ ਆਪਣੀ ਸੇਵਾ ਨਿਭਾਉਂਦਾ ਹੋਇਆ ਪੰਥ ਨੂੰ ਸਮਰਪਿਤ ਆਪਣੀ ਪੂਰੀ ਜ਼ਿੰਦਗੀ ਕੀਤੀ, ਪਰ ਮੈਂ ਕਦੀ ਹਾਰ ਨਹੀਂ ਮੰਨੀ। ਮੈਂ ਕਦੀ ਵੀ ਪੰਥ ਨੂੰ ਪਿੱਠ ਨਹੀਂ ਦਿੱਤੀ ਤੇ ਨਾ ਹੀ ਕਦੀ ਮੈਂ ਪਿੱਠ ਦੇਵਾਂਗਾ। ਪਰ ਮੈਨੂੰ ਖਰੀਦਣ ਵਾਲੀਆਂ ਏਜੰਸੀਆਂ ਬਹੁਤ ਆਉਂਦੀਆਂ ਰਹੀਆਂ ਕਿ ਤੁਹਾਨੂੰ ਜਿੰਨੇ ਕਰੋੜ ਰੁਪਈਆ ਚਾਹੀਦਾ ਵਾ ਉਹਨਾਂ ਦੇ ਦੇਣੇ, ਪਰ ਨਹੀਂ, ਮੈਂ ਪੰਥ ਵਾਸਤੇ ਆਪਣੀ ਜ਼ਿੰਦਗੀ ਲਾ ਦੇਵਾਂਗਾ। ਪਰ ਨਹੀਂ, ਸੰਤ ਜਰਨੈਲ ਸਿੰਘ ਕਿਹਾ ਕਰਦੇ ਸੀ, ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਮੈਂ ਜ਼ਮੀਰ ਨੂੰ ਨਹੀਂ ਵੇਚਾਂਗਾ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਕਈਆਂ ਨੇ ਆਪਣੀ ਜ਼ਮੀਰ ਨੂੰ, ਜਿਹੜੇ ਸੰਤ ਜਰਨੈਲ ਸਿੰਘ ਦੀ ਬੁੱਕਲ ਦਾ ਨਿੱਘ ਮਾਣਦੇ ਰਹੇ,
ਉਹ ਆਪਣੀ ਜ਼ਮੀਰ ਨੂੰ ਮਾਰ ਕੇ ਕੋਈ ਕਿਸੇ ਦਲ ਦੇ ਵਿੱਚ ਚਲੇ ਗਿਆ, ਕੋਈ MLA ਬਣ ਗਿਆ, ਕੋਈ MP ਬਣ ਗਿਆ, ਕੋਈ ਸ਼੍ਰੋਮਣੀ ਕਮੇਟੀ ਦਾ ਸਕੱਤਰ ਬਣ ਗਿਆ। ਪਰ ਨਹੀਂ, ਆਪਾਂ ਆਪਣੀ ਕੌਮ ਦੀ ਲੜਾਈ ਹਮੇਸ਼ਾ ਲੜਦੇ ਰਵਾਂਗੇ। ਆਪਾਂ ਕੌਮ ਦੇ ਵਾਸਤੇ ਪੂਰੀ ਜ਼ਿੰਦਗੀ ਆਪਣੀ ਲਾ ਦੇਵਾਂਗੇ, ਪਰ ਕਦੀ ਵੀ ਇਸ ਹਾਰ ਨਹੀਂ ਮੰਨਾਂਗੇ। ਕੀਰਾ ਸਾਹਿਬ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਗੱਲ ਤੁਰੀ ਆ ਤੇ ਦੂਸਰੀਆਂ ਕੌਮਾਂ ਚਾਹੇ ਉਹਨਾਂ ਨੂੰ ਜੋ ਮਰਜ਼ੀ ਕਹਿੰਦੇ ਨੇ, ਲੇਕਿਨ ਸਿੱਖ ਕੌਮ ਉਹਨਾਂ ਨੂੰ ਸੰਤ ਦੇ ਨਾਲ ਨਾਲ ਸਿਪਾਹੀ ਦਾ ਵੀ ਜਿਹੜਾ ਦਰਜਾ ਦਿੰਦੀ ਹੈ। ਕਿੰਨੀ ਕੁ ਸਮੇਂ ਤੱਕ ਤੁਹਾਡੀ ਉਹਨਾਂ ਨਾਲ ਜਿਹੜੀ ਸੰਗਤ ਰਹੀ ਤੇ ਕੀ ਕੁਝ ਤੁਸੀਂ ਉਹਨਾਂ ਕੋਲੋਂ ਆਪਣੀ ਲਾਈਫ ਦੇ ਲਈ ਜਿਹੜਾ ਅਚੀਵਮੈਂਟ ਕੀਤੀ? ਮੇਰੇ ਫਾਦਰ ਸਾਹਿਬ ਜੋ ਕਿ ਸੰਤ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਨਾਲ ਸੇਵਾ ਕਰਦੇ ਰਹੇ। ਬਲੂ ਸਟਾਰ ਦੇ ਵਿੱਚ ਵੀ ਜਦੋਂ ਬਾਬਾ ਖੜਕ ਸਿੰਘ ਨੂੰ ਕੱਢ ਕੇ ਖੜਿਆ, ਮੇਰੇ ਡੈਡੀ ਨੇ ਰਕਸ਼ੇ ਤੇ ਬਿਠਾ ਕੇ ਖੜਿਆ। ਮੇਰੇ ਡੈਡੀ ਨੂੰ ਸੰਤ ਜਰਨੈਲ ਸਿੰਘ ਨੇ ਆਪਣੇ ਹੱਥਾਂ ਨਾਲ ਆਪ ਅੰਮ੍ਰਿਤ ਛਕਾਇਆ ਤੇ ਮੈਂ ਸੰਤ ਜੀ ਕੋਲ ਅਕਾਲ ਤਖਤ ਸਾਹਿਬ ਤੇ ਰੋਜ਼ ਜਾਇਆ ਕਰਦਾ। ਸਵੇਰੇ ਅੰਮ੍ਰਿਤ ਵੇਲੇ ਮੈਂ ਸੰਤਾਂ ਨੂੰ ਮਿਲ ਕੇ ਆਇਆ ਕਰਦਾ ਸੀ। ਮੇਰੇ ਫਾਦਰ ਸਾਹਿਬ ਮੇਰੇ ਨਾਲ ਹੁੰਦੇ ਸੀ, ਕਿਉਂਕਿ ਅਸੀਂ ਝੰਡੇ ਬੁੰਗੇ ਜਿਹੜੇ ਆਪਣੇ ਹੈਗੇ ਲੰਗਰ ਸਾਹਿਬ ਆ, ਹੁਣ ਉੱਥੇ ਅਸੀਂ ਸੇਵਾ ਕਰਿਆ ਕਰਦੇ। ਡੈਡੀ ਸਾਡੇ ਵੀ ਉੱਥੇ ਸੇਵਾ ਕਰਦੇ ਸੀ। ਜਦੋਂ ਮੈਨੂੰ ਛੁੱਟੀਆਂ ਹੋਣੀਆਂ, ਮੈਂ ਜਦੋਂ ਪੜ੍ਹਿਆ ਕਰਦਾ ਸੀ, ਮੈਂ ਆਪਣੇ ਫਾਦਰ ਸਾਹਿਬ ਦੇ ਕੋਲ ਚਲ ਜਾਂਦਾ ਸੀ। ਫਿਰ ਮੈਨੂੰ ਉਹਨਾਂ ਨੇ ਸੰਤਾਂ ਦੇ ਕੋਲ ਖੜਿਆ ਕਰਨਾ। ਅੰਮ੍ਰਿਤ ਵੇਲੇ ਅਸੀਂ ਸੰਤ ਜਰਨੈਲ ਸਿੰਘ ਜੀ ਦੇ ਦਰਸ਼ਨ ਕਰਕੇ ਆਉਂਦੇ ਸੀ। ਪਰ ਸੰਤਾਂ ਦੀ ਮੈਂ ਬਹੁਤ ਜ਼ਿਆਦਾ ਸੰਗਤ ਕੀਤੀ। ਮੈਂ ਰੋਜ਼ ਡੇਲੀ ਉਹਨਾਂ ਦੇ ਦਰਸ਼ਨ ਕਰਦਾ। ਸੰਤ ਜਰਨੈਲ ਸਿੰਘ ਦੇ ਜੋ ਬੀਬੀ ਪ੍ਰੀਤਮ ਕੌਰ ਉਹਨਾਂ ਦੀ ਧਰਮ ਪਤਨੀ ਸੀ, ਉਹਨਾਂ ਨੂੰ ਦਵਾ ਮੈਂ ਦਵਾ ਕੇ ਲਿਆਉਂਦਾ ਰਿਹਾ, ਕਿਉਂਕਿ ਸੰਤਾਂ ਦਾ ਮੈਂ ਸੰਗ ਬਹੁਤ ਕੀਤਾ ਵਾ। ਕਿਉਂਕਿ ਮੇਰੇ ਫਾਦਰ ਸਾਹਿਬ ਜੋ ਸੰਤ ਜਰਨੈਲ ਸਿੰਘ ਦਾ ਬਹੁਤ ਪਿਆਰ ਕਰਦੇ ਸੀ ਤੇ ਬਾਬਾ ਖੜਕ ਸਿੰਘ ਜੀ ਦੇ ਇੱਕ ਵਫਾਦਾਰ ਬੰਦੇ ਸੀ। ਵਫਾਦਾਰੀ ਉਹਨਾਂ ਨੇ ਸੰਤਾਂ ਦੇ ਨਾਲ ਤੇ ਬਾਬੇ ਖੜਕ ਸਿੰਘ ਦੇ ਨਾਲ ਨਿਭਾਈ। ਜਿੰਨੀ ਵੀ ਸੇਵਾ ਉੱਥੇ ਕੀਤੀ, ਬਲੂ ਸਟਾਰ ਤੋਂ ਬਾਅਦ ਵੀ ਜਿਹੜੇ ਝੰਡੇ ਬੁੰਗੇ ਆ ਉੱਥੇ, ਫਿਰ ਡੈਡੀ ਸਾਡੇ ਦੀ ਡਿਊਟੀ ਰਹੀ ਆ, ਉਹ ਹੀ ਉੱਥੇ ਸਾਰਾ ਬਾਬਾ ਜੀ ਨੇ ਉਹਨਾਂ ਦੀ ਡਿਊਟੀ ਲਾਈ ਸੀ, ਉਹ ਹੀ ਦੇਖਭਾਲ ਉੱਥੇ ਕਰਿਆ ਕਰਦੇ ਸੀ। ਜਦੋਂ ਗਿਆਨੀ ਜੈਲ ਸਿੰਘ ਤੇ ਬੂਟਾ ਸਿੰਘ ਜਦੋਂ ਬਾਬੇ ਖੜਕ ਸਿੰਘ ਨੂੰ ਮਿਲਣ ਆਏ ਆ ਤੇ ਫਾਦਰ ਸਾਹਿਬ ਸਾਡੇ ਬਾਬਾ ਜੀ ਦੇ ਦਰਵਾਜ਼ੇ ਦੇ ਗਾੜੀ ਸੀ। ਬਾਬਾ ਜੀ ਨੇ ਕਿਹਾ ਵੀ ਕੋਈ ਵੀ ਆਵੇ, ਰਾਸ਼ਟਰਪਤੀ ਆ ਜਾਏ ਭਾਵੇਂ ਪ੍ਰਧਾਨ ਮੰਤਰੀ ਆ ਜਾਏ, ਕਿਸੇ ਨੂੰ ਅੰਦਰ ਨਹੀਂ ਲੰਘਣ ਦੇਣਾ ਜਿੰਨੀ ਦੇਰ ਤੱਕ ਮੈਂ ਨਹੀਂ ਕਹਿੰਦਾ। ਫਿਰ ਉਹ ਗਿਆਨੀ ਜੈਲ ਸਿੰਘ, ਆਪਣਾ ਬਾਬਾ ਬੂਟਾ ਸਿੰਘ ਗ੍ਰਹਿ ਮੰਤਰੀ ਜਦੋਂ ਆਏ ਬਾਬਾ ਜੀ ਕੋਲ, ਉਹ ਕਹਿੰਦੇ ਜੀ ਇਹ ਤੇ ਬਹੁਤ ਸਖਤ ਬੰਦਾ ਤੁਹਾਡਾ, ਇੰਨੇ ਸਖਤ ਤੇ ਸਾਡਾ ਕੋਈ ਵੀ ਜਰਨੈਲ ਨਹੀਂ, ਇਹਨੇ ਸਾਨੂੰ ਅੰਦਰ ਨਹੀਂ ਲੰਘਣ ਦਿੱਤਾ। ਬਾਬਾ ਜੀ ਨੇ ਕਿਹਾ ਇਹ ਮੈਂ ਇਸੇ ਕਰਕੇ ਰੱਖਿਆ। ਬਾਬਾ ਜੀ ਨੇ ਉਹਨਾਂ ਨੂੰ ਕੁੜਤੀ ਖੋਲ ਕੇ ਕਿਹਾ ਲਓ ਮੇਰੇ ਵੀ ਗੋਲੀਆਂ ਮਾਰੋ। ਮੈਂ ਜੇ ਆਪਣਾ ਅਕਾਲ ਤਖਤ ਸਾਹਿਬ ਨੂੰ ਤੁਸੀਂ ਢਹਿ ਢੇਰੀ ਕਰ ਦਿੱਤਾ, ਜਿਹੜਾ ਕਿ ਬਾਬੇ ਜੀਵਨ ਸਿੰਘ ਨੇ ਬਣਾਇਆ ਸੀ, ਤੁਸੀਂ ਢਹਿ ਢੇਰੀ ਕਰ ਦਿੱਤਾ। ਸਾਡੇ ਦਰਬਾਰ ਸਾਹਿਬ 'ਚ ਗੋਲੀਆਂ ਮਾਰ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਜ਼ਖਮੀ ਕਰ ਦਿੱਤੇ ਤੇ ਸਾਡਾ ਅਕਾਲ ਤਖਤ ਸਾਹਿਬ ਚਕਨਾਚੂਰ ਕਰ ਦਿੱਤਾ। ਲਓ ਮੇਰੇ ਵੀ ਗੋਲੀਆਂ ਮਾਰੋ ਤੇ ਮੈਨੂੰ ਵੀ ਮਾਰ ਦਿਓ, ਤੁਸੀਂ ਆਪਣੀ ਫੌਜ ਇੱਥੋਂ ਲੈ ਜਾਓ। ਅਸੀਂ ਜਿਹੜੀ ਸੇਵਾ ਕਰਾਉਣੀ ਆ ਉਹ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਕਰਾਵਾਂਗੇ, ਅਸੀਂ ਸਰਕਾਰ ਦੇ ਮਤਹਿਤ ਰਹਿ ਕੇ ਨਹੀਂ। ਇਹ ਜਿਹੜਾ ਅਕਾਲ ਤਖਤ ਸਾਹਿਬ ਆ ਨਾ, ਇਹਨੂੰ ਮੈਂ ਪੂਰੇ ਨੂੰ, ਬਾਬਾ ਜੀ ਨੇ ਕਿਹਾ ਮੈਂ ਸੀਸੇ ਦੇ ਵਿੱਚ ਮੜ ਦੂੰਗਾ। ਆਉਣ ਵਾਲੀਆਂ ਨਸਲਾਂ ਸਾਡੀਆਂ ਇਸ ਤਖਤ ਨੂੰ ਵੇਖਣਗੀਆਂ ਕਿ ਸਾਡੀ ਹਿੰਦੁਸਤਾਨ ਦੀ ਹਕੂਮਤ ਨੇ ਜਿਹੜੀ ਫੌਜ ਕਿ ਦੂਸਰੇ ਦੇਸ਼ਾਂ ਵਾਸਤੇ ਲੜਨ ਵਾਸਤੇ ਹੁੰਦੀ ਆ, ਆਪਣੀ ਪ੍ਰਜਾ ਤੇ, ਆਪਣੀ ਪਬਲਿਕ ਤੇ, ਆਪਣੇ ਹਿੰਦੁਸਤਾਨ ਦੇ ਵਿੱਚ ਰਹਿੰਦਿਆਂ ਸਾਡਾ ਅਕਾਲ ਤਖਤ ਸਾਹਿਬ ਚਕਨਾਚੂਰ ਕਰ ਦਿੱਤਾ, ਢਹਿ ਢੇਰੀ ਕਰ ਦਿੱਤਾ। ਇਹ ਆਉਣ ਵਾਲੀਆਂ ਨਸਲਾਂ ਸਾਡੀਆਂ ਵੇਖਣਗੀਆਂ। ਪਰ ਇਹ ਗ੍ਰਹਿ ਮੰਤਰੀ ਤੇ ਇੰਦਰਾ ਗਾਂਧੀ ਡਰ ਗਏ ਇਸ ਗੱਲ ਤੋਂ ਕਿ ਬਾਬਾ ਜੀ ਨੇ ਇਹ ਕੰਮ ਕਰ ਦੇਣਾ ਵਾ, ਆਪਾਂ ਸੇਵਾ ਨਹੀਂ। ਇਹਨਾਂ ਨੇ ਕਰਫਿਊ ਲਾ ਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਤੇ ਬਾਬਾ ਸੰਤਾ ਸਿੰਘ ਨੂੰ ਜਿਹੜੀ ਸੇਵਾ ਜਲਦੀ ਜਲਦੀ ਦਿੱਤੀ, ਉਹ ਅਕਾਲ ਤਖਤ ਸਾਹਿਬ ਨੂੰ ਬਣਵਾਇਆ। ਉਸ ਅਕਾਲ ਤਖਤ ਸਾਹਿਬ ਨੂੰ ਸੰਗਤਾਂ ਨੇ ਮਨਜ਼ੂਰ ਨਹੀਂ ਕੀਤਾ ਤੇ ਫਿਰ ਭਾਈ ਸੁਖਦੇਵ ਸਿੰਘ ਹਣਾ ਨੇ ਪੂਰੇ ਸਰਬੱਤ ਖਾਲਸਾ ਸੱਦ ਕੇ ਫਿਰ ਜਿਹੜੀ ਸੇਵਾ ਵਾ ਉਹ ਦਮਦਮੀ ਟਕਸਾਲ ਨੂੰ ਦਵਾ ਕੇ ਦੁਬਾਰਾ ਅਸੀਂ ਆਪਣਾ ਅਕਾਲ ਤਖਤ ਸਾਹਿਬ ਸੰਗਤਾਂ ਦੇ ਸਹਿਯੋਗ ਦੇ ਨਾਲ ਫਿਰ ਬਣਾਇਆ। ਇਹ ਸੀਰਾ ਸਾਹਿਬ, ਸੇਵਾ ਭਾਵਨਾ, ਗੁਰਬਾਣੀ, ਇਤਿਹਾਸ ਤੇ ਕੌਮ ਦੇ ਲਈ ਕੁਰਬਾਨੀ ਤੁਹਾਨੂੰ ਪਿਤਾ ਪੁਰਖੀ ਚੋਂ ਮਿਲੀ, ਜੋ ਤੁਸੀਂ ਬਿਆਨ ਕਰ ਚੁੱਕੇ ਹੋ। ਗੱਲ ਜ਼ਿਕਰ ਚੱਲ ਰਿਹਾ ਸੀ ਤੁਹਾਡੇ ਖੇਡਾਂ ਵਿੱਚ ਇੰਟਰਸਟ ਰੱਖਣ ਦਾ, ਉਹਦੇ ਵਿੱਚ ਪਤਾ ਲੱਗਾ ਕਿ ਤੁਸੀਂ ਕਾਫੀ ਅਵਾਰਡ ਵੀ ਜਿੱਤੇ ਨੇ, ਮੈਡਲ ਵੀ ਜਿੱਤੇ ਨੇ। ਉਹਦੇ ਬਾਰੇ ਥੋੜਾ ਸਾਡੇ ਦਰਸ਼ਕਾਂ ਨੂੰ ਇਹ ਤੁਸੀਂ ਚਾਨਣ ਪਾਓ ਵੀ
ਜਦੋਂ ਤੁਸੀਂ ਐਜ ਏ ਸਟੂਡੈਂਟ ਸੀ, ਤੁਸੀਂ ਗ੍ਰੈਜੂਏਸ਼ਨ ਕਰ ਰਹੇ ਸੀ ਖਾਲਸਾ ਕਾਲਜ 'ਚ, ਉਦੋਂ ਕਿਹੜੀ ਕਿਹੜੀ ਖੇਡ ਖੇਡਦੇ, ਕੀ ਅਵਾਰਡ ਦਿੱਤੇ? ਉਹਦੇ ਬਾਅਦ ਹਰ ਡਿਪਾਰਟਮੈਂਟ 'ਚ ਤੁਹਾਨੂੰ ਇੱਕ ਐਜ ਏ ਅੱਛਾ ਸਪੋਰਟਸਮੈਨ ਦੇ ਨਾਤੇ ਜਿਹੜੀ ਤੁਹਾਨੂੰ ਜੌਬ ਮਿਲੀ, ਔਰ ਉੱਥੇ ਕੀ ਤੁਸੀਂ ਦੇਸ਼ ਲਈ, ਕੌਮ ਲਈ ਆਪਣੀ ਜਿਹੜੀਆਂ ਪ੍ਰਾਪਤੀਆਂ ਕੀਤੀਆਂ? ਮੈਂ ਸਪੋਰਟਸ ਹਾਈ ਜੰਪ ਕਰਿਆ ਕਰਦਾ ਸੀ। 110 ਹਲਡਰਾਂ ਕਰਕੇ ਮੈਨੂੰ ਹਰ ਮਹਿਕਮੇ ਦੇ ਵਿੱਚ ਸਪੋਰਟਸ ਕੋਟੇ ਕਰਕੇ ਸਰਵਿਸ ਮਿਲਦੀ ਸੀ। ਮੈਂ ਨੈਸ਼ਨਲ ਦੇ ਵਿੱਚੋਂ ਮੈਂ ਲੈਕਸਿਟੀ ਆਲ ਇੰਡੀਆ ਲੈਕਸਿਟੀ ਬੋਰਡ ਦੇ ਵਿੱਚੋਂ 10-12 ਵਾਰ 골ਡ ਮੈਡਲ ਲਿਆ, ਕਿ ਮੈਂ ਇੰਡੀਆ ਦੇ ਵਿੱਚੋਂ 골ਡ ਮੈਡਲ ਲਿਆ। ਸਟੇਟ ਦਾ ਮੇਰਾ 110 ਦਾ ਨਿਊ ਰਿਕਾਰਡ ਰਿਹਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚੋਂ ਮੈਂ ਡਕੈਥਲਨ ਦੇ ਵਿੱਚ ਫਸਟ ਆਉਂਦਾ ਰਿਹਾ। ਮੈਂ ਹਾਈ ਜੰਪ 'ਚੋਂ ਫਸਟ ਆਉਂਦਾ ਰਿਹਾ। ਮੈਂ 110 ਹਲਡਰਾਂ 'ਚੋਂ ਫਸਟ ਆਉਂਦਾ ਰਿਹਾ। ਮੈਂ ਜਿਸ ਵੀ ਇਵੈਂਟ ਨੂੰ ਫੜਦਾ ਸੀ, ਮੇਰੇ ਕੋਚ ਸਰਦਾਰ ਅਜੀਤ ਸਿੰਘ ਤੇ ਜੋਗਿੰਦਰ ਸਿੰਘ ਮਾਨ ਸੀ। ਇਹ ਖਾਲਸਾ ਕਾਲਜ ਦੇ ਵਿੱਚ ਮੈਂ ਪ੍ਰੈਕਟਿਸ ਕਰਿਆ ਕਰਦਾ ਸੀ। ਜਦੋਂ ਮੈਨੂੰ ਫਿਰ ਇੰਟੈਰੋਗੇਟ ਹੋਣਾ ਪੈਂਦਾ ਸੀ, ਮੈਨੂੰ ਜੇਲ੍ਹਾਂ ਦੀ ਯਾਤਰਾ ਕਰਨੀ ਪੈਂਦੀ ਸੀ। ਜੇਲ੍ਹ ਯਾਤਰਾ ਮੈਨੂੰ ਇਹਨਾਂ ਨੇ ਕਰਵਾਈ। ਮੈਨੂੰ ਇਹਨਾਂ ਨੇ ਇੰਟੈਰੋਗੇਟ ਕਰ ਕਰਕੇ ਮੇਰੀ ਸਪੋਰਟਸ ਬਹੁਤ ਤਗੜੀ ਸੀ, ਪਰ ਮੈਂ ਫਿਰ ਵੀ ਆਪਣੇ ਦ੍ਰਿੜ ਇਰਾਦੇ ਦੇ ਨਾਲ ਆਪਣੀ ਮੰਜ਼ਿਲ ਵੱਲ ਨੂੰ ਵੱਧਦਾ ਰਿਹਾ ਤੇ ਸਪੋਰਟਸ ਵੀ ਕਰਦਾ ਰਿਹਾ ਤੇ ਕੌਮ ਦਾ ਕੰਮ ਵੀ ਕਰਦਾ ਰਿਹਾ। ਕੌਮ ਦੀ ਲੜਾਈ ਲੜਦਿਆਂ ਲੜਦਿਆਂ ਅਸੀਂ ਬੇਅੰਤ ਸਿੰਘ ਨੂੰ ਵੀ ਚੈਲੰਜ ਕਰਕੇ ਆਪਣਾ ਕੰਮ ਕਰਦੇ ਰਹੇ, ਤੇ ਅਸੀਂ ਜੇ KPS ਗਿੱਲ ਨੂੰ ਵੀ ਅਸੀਂ ਚੈਲੰਜ ਕਰਕੇ ਆਪਣਾ ਕੰਮ ਕਰਦੇ ਰਹੇ। ਕਦੀ ਵੀ ਅਸੀਂ ਆਪਣੀ ਪਿੱਠ ਨਹੀਂ ਵਿਖਾਈ। ਪੰਥ ਵਾਸਤੇ ਆਪਾਂ ਹਮੇਸ਼ਾ ਲੜਾਈ ਲੜਦੇ ਰਵਾਂਗੇ। ਅੱਗੇ ਤੋਂ ਵੀ ਜੋ ਵੀ ਪੰਥ ਵਾਸਤੇ ਜੋ ਪੰਥ ਦਾ ਹੁਕਮ ਹੋਊਗਾ, ਆਪਾਂ ਨੂੰ ਸਿਰ ਮੱਥੇ ਪ੍ਰਵਾਨ ਹੋਊਗਾ। ਗੱਲ ਜੇ ਅਸੀਂ ਕਰੀਏ ਸਰਬੱਤ ਖਾਲਸਾ ਦੀ, ਤੇ ਸਰਬੱਤ ਖਾਲਸਾ ਦੇ ਤੁਸੀਂ ਮੁੱਖ ਪ੍ਰਬੰਧਕ ਰਹੇ ਹੋ ਉਸ ਵੇਲੇ, ਜਦੋਂ ਕੌਮ ਦੇ ਜਥੇਦਾਰਾਂ ਤੋਂ ਸੰਗਤਾਂ ਦਾ, ਜਥੇਬੰਦੀਆਂ ਦਾ ਵਿਸ਼ਵਾਸ ਟੁੱਟ ਗਿਆ, ਜਦੋਂ ਕਿ ਸੌਦਾ ਸਾਧ ਬਾਰੇ ਜਿਹੜਾ ਗਲਤ ਫੈਸਲਾ ਜਿਹੜਾ ਲਿਆ ਗਿਆ, ਤੇ ਉਸ ਸਮੇਂ ਇਹ ਕੌਮ ਨੇ, ਕੁਝ ਜਥੇਬੰਦੀਆਂ ਨੇ ਰਲ ਕੇ ਫੈਸਲਾ ਕੀਤਾ ਕਿ ਕਿਉਂ ਨਾ ਹੋਵੇ ਕਿ ਸਰਬੱਤ ਖਾਲਸਾ ਜਨ ਜਿਹੜੇ ਕੌਮ ਲਈ, ਦੇਸ਼ ਦੇ ਲਈ ਇੱਕ ਚੰਗਾ ਕਾਰਜ ਕਰਨ। ਉਹਦੇ ਤੁਸੀਂ ਮੁੱਖ ਪ੍ਰਬੰਧਕ ਵੀ ਰਹੇ ਹੋ ਉਹਦੇ ਵਿੱਚ, ਤੇ ਇਹਦੇ ਬਾਰੇ ਵੀ ਥੋੜਾ ਸਾਨੂੰ ਚਾਨਣਾ ਪਾਓ ਦਰਸ਼ਕਾਂ ਨੂੰ। ਵੇਖੋ ਖਾਲਸਾ ਜੀ, ਜਦੋਂ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਸੰਗਤਾਂ ਨੂੰ ਇਨਸਾਫ ਨਹੀਂ ਮਿਲਦਾ ਸੀ। ਰਾਮ ਰਹੀਮ ਸਰਸੇ ਵਾਲਾ ਇਹ ਉਹਦੇ ਚੇਲੇ ਬਣ ਚੁੱਕੇ ਸੀ। ਉਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਲਿਬਾਸ ਪਾ ਕੇ ਅੰਮ੍ਰਿਤ ਕਹਿੰਦਾ ਮੈਂ ਅੰਮ੍ਰਿਤ ਛਕਾਊਂਗਾ, ਅੰਮ੍ਰਿਤ ਦੀ ਪੌਲ ਉਹਨੇ ਤਿਆਰ ਕਰਵਾ ਕੇ ਲਿਬਾਸ ਗੁਰੂ ਗੋਬਿੰਦ ਸਿੰਘ ਜੀ ਦਾ ਪਾ ਕੇ, ਤੇ ਇੱਕ ਸੰਗਤਾਂ ਦੇ ਮਨਾਂ ਨੂੰ ਬਹੁਤ ਵੱਡੀ ਸੱਟ ਵੱਜੀ ਕਿ ਇੱਕ ਇਹ ਪਖੰਡੀ ਸਾਧ ਸਾਡੇ ਗੁਰੂ ਦੀ ਰੀਸ ਕਰਦਾ, ਤੇ ਸੰਗਤਾਂ ਦੇ ਵਿੱਚ ਬਹੁਤ ਵੱਡਾ ਰੋਸ ਸੀ। ਉਸਨੇ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਕੇ ਫਿਰ ਕਿਹਾ, ਬੁਰਜ ਜਵਾਰ ਵਾਲੇ ਤੋਂ ਕਰਕੇ ਕਿਹਾ ਤੁਹਾਡਾ ਗੁਰੂ ਅਸੀਂ ਲੁਕੋਇਆ। ਪਰ ਇਹ ਜਿਹੜੀ ਸਰਕਾਰ ਸੀ, ਇਹ ਉਸ ਦੇ ਨਾਲ ਬਾਦਲ। ਸਬਸਕ੍ਰਾਈਬ ਕਰੋ BBC ਪੰਜਾਬ TV ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।